ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਅਤੇ ਇਨਫੋ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਐਗਰੀਕਲਚਰ ਨਾਲ ਰਿਲੇਟਡ ਕੁਐਸਚਨ ਕਰਾਂਗੇ ਜੋ ਕਿ ਤੁਹਾਡੇ ਪਟਵਾਰੀ ਦੇ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸੈਕਸ਼ਨ ਹੈ। ਬਿਨਾਂ ਸਮਾਂ ਗਵਾਏ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦਾ ਪਹਿਲਾ ਕੁਐਸਚਨ ਹੈ ਦ ਕ੍ਰੌਪਸ ਵਿਚ ਆਰ ਗਰੋਨ ਇਨ ਰੇਨੀ ਸੀਜ਼ਨ ਆਰ ਕਾਲਡ। ਇਹ ਉਹ ਫਸਲਾਂ ਜਿਹੜੀਆਂ ਬਰਸਾਤ ਦੇ ਮੌਸਮ ਵਿੱਚ ਉਗਾਈਆਂ ਜਾਂਦੀਆਂ ਉਹਨਾਂ ਨੂੰ ਕੀ ਕਹਿੰਦੇ ਹਨ? ਰਬੀ ਕ੍ਰੌਪ, ਸੀਜ਼ਨਲ ਕ੍ਰੌਪ, ਮੌਨਸੂਨ ਕ੍ਰੌਪ ਜਾਂ ਖਰੀਫ ਕ੍ਰੌਪ। ਇਸ ਦਾ ਸਹੀ ਜਵਾਬ ਹੈ ਖਰੀਫ ਕ੍ਰੌਪਸ। ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਣੀਆਂ ਜੋ ਫਸਲਾਂ ਨੂੰ ਦੋ ਗਰੁੱਪਸ 'ਚ ਡਿਵਾਈਡ ਕਰਿਆ ਹੋਇਆ ਹੈ, ਰਬੀ ਕ੍ਰੌਪ ਤੇ ਖਰੀਫ ਕ੍ਰੌਪਸ। ਜਿਹੜੀਆਂ ਸਾਡੀਆਂ ਰਬੀ ਕ੍ਰੌਪਸ ਹੁੰਦੀਆਂ ਇਹਦੇ ਵਿੱਚ ਸਾਡੀਆਂ ਮੇਨ ਕਣਕ ਤੇ ਸਰੋਂ ਆਉਂਦੀ ਹੈ ਰਬੀ ਕ੍ਰੌਪ 'ਚ, ਠੀਕ ਹੈ। ਤੇ ਜਿਹੜੀਆਂ ਖਰੀਫ ਕ੍ਰੌਪਸ ਹੈ ਇਹਦੇ ਵਿੱਚ ਸਾਡਾ ਝੋਨਾ ਤੇ ਮੱਕੀ ਆਉਂਦਾ ਹੈ, ਜੋ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਜਾਂ ਉਸਦੇ ਦੌਰਾਨ ਇਸ ਦੀ ਬਿਜਾਈ ਕਰੀ ਜਾਂਦੀ ਹੈ, ਝੋਨਾ ਤੇ ਮੱਕੀ ਦੀ। ਕੁਐਸਚਨ ਆਰ ਗਰੋਨ ਇਨ ਡੈਸ਼ ਸੀਜ਼ਨ, ਸਮਰ, ਸਪਰਿੰਗ, ਵਿੰਟਰ ਜਾਂ ਰੇਨੀ। ਇਹ ਮੈਂ ਤੁਹਾਨੂੰ ਦੱਸ ਕੇ ਹੱਡੀਆਂ ਕਿ ਜਿਹੜੀਆਂ ਰਬੀ ਕ੍ਰੌਪਸ ਹੈ ਇਹ ਆਪਣੀਆਂ ਵਿੰਟਰ ਸੀਜ਼ਨ ਵਿੱਚ ਹੁੰਦੀਆਂ ਨੇ, ਕਿਉਂਕਿ ਇਹਦੇ ਵਿੱਚ ਕਣਕ ਮੇਨ ਆ ਜਾਂਦੀ ਹੈ, ਤਾਂ ਇਹ ਸਰਦੀਆਂ ਦੀ ਫਸਲ ਹੈ। ਸਾਡਾ ਅਗਲਾ ਕੁਐਸਚਨ ਹੈ ਦ ਭੂਦਾਨ ਗ੍ਰਾਮਦਾਨ ਮੂਵਮੈਂਟ ਵਾਜ਼ ਇਨੀਸ਼ੀਏਟਡ ਬਾਏ। ਜਿਹੜੀ ਇਹ ਭੂਦਾਨ ਗ੍ਰਾਮਦਾਨ ਮੂਵਮੈਂਟ ਸੀ ਇਹਦੇ ਵਿੱਚ ਕਿਆ ਮੇਨ ਇਹ ਸੀਗਾ ਕਿ ਇਹਦੇ ਵਿੱਚ ਜ਼ਮੀਨ ਦਾਨ ਕੀਤੀ ਗਈ ਸੀ। ਜਿਹੜੇ ਕਿ ਪੂਅਰ ਲੈਂਡਲੈਸ ਜ਼ਿਮੀਂਦਾਰ ਤੇ ਉਹਨਾਂ ਨੂੰ ਜ਼ਮੀਨ ਦਿੱਤੀ ਸੀਗੀ ਇੱਕ ਸਕੀਮ ਦੇ ਤਹਿਤ। ਇਹਦੇ ਵਿੱਚ ਮੇਨ ਜਿਹੜੀ ਇਨੀਸ਼ੀਏਟ ਕਰੀ ਦੀ ਵਿਨੋਬਾ ਭਾਵੇ ਜੀ ਨੇ। ਇਹ ਬਹੁਤ ਇੰਪੋਰਟੈਂਟ ਨਾਮ ਹੈ। ਇਹਨਾਂ ਵਿੱਚ ਇੱਕ ਹੋਰ ਜਾਣਕਾਰੀ ਇਹ ਹੈ ਕਿ ਇਹ ਮਹਾਤਮਾ ਗਾਂਧੀ ਦੇ ਕੰਪੈਨੀਅਨ ਵੀ ਸੀ ਤੇ ਉਹਨਾਂ ਦੇ ਬਹੁਤ ਬੜੇ ਫੋਲੋਅਰ ਵੀ ਸੀ। ਤੇ ਤੁਸੀਂ ਯਾਦ ਰੱਖਣਾ, ਕਈ ਵਾਰ ਆ ਜਾਂਦਾ ਹੁੰਦਾ ਹੈ ਕਿ ਇਹਨਾਂ ਨੇ ਮੂਵਮੈਂਟ ਸ਼ੁਰੂ ਕਰੀ, ਇਹ ਬਹੁਤ ਇੰਪੋਰਟੈਂਟ ਮੂਵਮੈਂਟ ਸੀ ਤਾਂ ਕਿ ਗਰੀਬ ਕਿਸਾਨਾਂ ਨੂੰ ਜ਼ਮੀਨ ਦਿੱਤੀ ਤਾਂ ਜੋ ਉਹ ਆਪਣੀ ਗੁਜ਼ਾਰਾ ਕਰ ਸਕਣ। ਅੱਗੇ ਹੈ ਕੁਐਸਚਨ ਨੰਬਰ 4, ਕਲਟੀਵੇਸ਼ਨ ਆਫ ਕਾਫੀ ਇਜ਼ ਕਨਫਾਈਨਡ ਟੂ ਵਿਚ ਆਫ ਦਾ ਫੋਲੋਇੰਗ ਹਿਲਸ। ਜਿਹੜੀ ਕਾਫੀ ਦੀ ਫਸਲ ਹੈ ਇਹ ਕਿੱਥੇ ਕਿਹੜੀਆਂ ਪਹਾੜੀਆਂ ਵਿੱਚ ਜ਼ਿਆਦਾ ਹੁੰਦੀ ਹੈ? ਦੇਖੋ, ਨੀਲਗਿਰੀ, ਅਰਾਵਲੀ, ਸ਼ਿਵਾਲਿਕ ਜਾਂ ਛੋਟਾ ਨਾਗਪੁਰ। ਇਹਦਾ ਸਹੀ ਜਵਾਬ ਹੈ ਨੀਲਗਿਰੀ ਹਿਲਸ। ਨੀਲਗਿਰੀ ਹਿਲਸ ਨੂੰ ਬਲੂ ਮਾਊਂਟੇਨਸ ਵੀ ਕਹਿੰਦੇ ਆ। ਇਹ ਜਿਹੜੀਆਂ ਅਰਾਵਲੀ ਪਹਾੜੀਆਂ ਇਹ ਰਾਜਸਥਾਨ ਵਿੱਚ ਹੈ, ਤਾਂ ਰਾਜਸਥਾਨ ਵਿੱਚ ਕਾਫੀ ਨਹੀਂ ਹੋ ਸਕਦੀ ਕਿਉਂਕਿ ਇਹਦੇ ਲਈ ਟੈਰੇਸ ਕ੍ਰੌਪਿੰਗ ਚਾਹੀਦੀ ਹੈ। ਇਸੇ ਤਰ੍ਹਾਂ ਸ਼ਿਵਾਲਿਕ ਦੀਆਂ ਪਹਾੜੀਆਂ ਹਿਮਾਲਿਆ ਵਿੱਚ ਹੈ, ਇੱਥੇ ਵੀ ਇਹ ਨਹੀਂ ਹੁੰਦੀ, ਇੱਥੇ ਠੰਡ ਜ਼ਿਆਦਾ ਹੁੰਦੀ ਹੈ। ਛੋਟਾ ਨਾਗਪੁਰ ਪਲੇਚੂ ਜਿਹੜਾ ਸਾਡਾ ਦੱਖਣ ਪਲੇਚੂ ਜਾਂ ਦੱਖਣ ਦੇ ਹੇਠਾਂ ਪਠਾਰ ਵਾਲੇ ਹਿੱਸੇ ਵਿੱਚ ਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਸਾਡਾ ਵਿਚ ਇੰਡੀਅਨ ਸਟੇਟ ਲੀਡਸ ਇਨ ਦਾ ਪ੍ਰੋਡਕਸ਼ਨ ਆਫ ਰਬੜ। ਕਿਹੜੀ ਇੰਡੀਅਨ ਸਟੇਟ ਹੈ ਜਿਹੜੀ ਕਿ ਰਬੜ ਦਾ ਸਭ ਤੋਂ ਵੱਧ ਉਤਪਾਦਨ ਕਰਦੀ ਹੈ? ਇਸ ਦਾ ਸਹੀ ਜਵਾਬ ਹੈ ਕੇਰਲਾ। ਇਹ ਤੁਸੀਂ ਯਾਦ ਰੱਖਣਾ ਹੈ, ਕੇਰਲਾ ਵਿੱਚ ਰਬੜ ਦਾ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ ਭਾਰਤ ਦੇ ਸਾਰੇ ਰਾਜਾਂ 'ਚੋਂ। ਅਗਲਾ ਕੁਐਸਚਨ ਹੈ ਵਟ ਪਾਰਟ ਆਫ ਟੋਟਲ ਪਾਪੂਲੇਸ਼ਨ ਆਫ ਇੰਡੀਆ ਇਜ਼ ਇੰਗੇਜਡ ਇਨ ਐਗਰੀਕਲਚਰ ਐਕਟੀਵਿਟੀਜ਼। ਇਸ ਦਾ ਮਤਲਬ ਹੈ ਕਿ ਭਾਰਤ ਦੀ ਪੂਰੀ ਜਨਸੰਖਿਆ ਦਾ ਕਿੰਨਵਾਂ ਹਿੱਸਾ ਜੋ ਹੈ ਉਹ ਖੇਤੀਬਾੜੀ ਜਾਂ ਇਸ ਨਾਲ ਸੰਬੰਧਿਤ ਐਕਟੀਵਿਟੀਜ਼ ਵਿੱਚ ਪਾਰਟੀਸਿਪੇਸ਼ਨ ਕਰਦੀ ਹੈ? ਇਹਦਾ ਸਹੀ ਉੱਤਰ ਹੈ 2/3 ਹਿੱਸਾ। 2/3 ਹਿੱਸਾ ਕੁੱਲ ਜਨਸੰਖਿਆ ਦਾ ਸਾਡਾ ਐਗਰੀਕਲਚਰ ਨਾਲ ਰਿਲੇਟਿਡ ਹੈ। ਕੁਐਸਚਨ ਨੰਬਰ 7 ਵਿਚ ਇੰਡੀਅਨ ਸਟੇਟ ਸਟੈਂਡਸ ਫਸਟ ਇਨ ਦਾ ਪ੍ਰੋਡਕਸ਼ਨ ਆਫ ਕਾਫੀ। ਕਿਹੜੀ ਸਟੇਟ ਹੈ ਜੋ ਕਾਫੀ ਦੀ ਪ੍ਰੋਡਕਸ਼ਨ 'ਚ ਪਹਿਲੇ ਨੰਬਰ ਤੇ ਹੈ? ਇਸ ਦਾ ਉੱਤਰ ਹੈ ਕਰਨਾਟਕਾ। ਕੁਐਸਚਨ ਨੰਬਰ 8 ਇਨ ਵਿਚ ਟਾਈਪ ਆਫ ਸੋਇਲ ਡਜ਼ ਮੇਜ਼ ਗਰੋ ਵੈਲ। ਕਿਸ ਤਰ੍ਹਾਂ ਦੀ ਮਿੱਟੀ ਵਿੱਚ ਜੋ ਮੱਕੀ ਹੈ ਇਸ ਦਾ ਉਤਪਾਦਨ ਵਧੀਆ ਹੁੰਦਾ ਹੈ? ਫਸਲ ਕਿਹੜੀ ਮਿੱਟੀ ਵਿੱਚ ਮੱਕੀ ਦੀ ਫਸਲ ਵਧੀਆ ਉਪਜ ਦਿੰਦੀ ਹੈ? ਇਸ ਦਾ ਉੱਤਰ ਹੈ ਓਲਡ ਅਲੂਵੀਅਲ। ਅਲੂਵੀਅਲ ਮਿੱਟੀ ਹੈ ਜੋ ਇਹ ਸਭ ਤੋਂ ਉਪਜਾਊ ਮਿੱਟੀ ਮੰਨੀ ਜਾਂਦੀ ਹੈ ਆਪਣੇ ਭਾਰਤ ਦੀ, ਜਿਹੜੇ ਕਿ ਉੱਪਰਲੇ ਪਹਾੜਾਂ ਦੀ ਨਦੀਆਂ 'ਚੋਂ ਆਉਂਦੀ ਹੈ। ਜਿਹੜੀਆਂ ਨਦੀਆਂ ਆਪਣੇ ਨਾਲ ਮਿੱਟੀ ਲੈ ਕੇ ਆਉਂਦੀਆਂ ਹਨ ਉਸਨੂੰ ਅਲੂਵੀਅਲ ਸੋਇਲ ਕਹਿੰਦੇ ਹਾਂ। ਤੇ ਇਹੀ ਅਲੂਵੀਅਲ ਪਲੇਨਸ ਜਿਹੜੇ ਅਲੂਵੀਅਲ ਦੇ ਮੈਦਾਨ ਬਣਦੇ ਆ ਪੰਜਾਬ ਹਰਿਆਣਾ ਵਿੱਚ, ਜਿਸ ਕਰਕੇ ਇਹਨਾਂ ਇਲਾਕਿਆਂ ਵਿੱਚ ਫਸਲ ਵਧੀਆ ਹੁੰਦੀ ਹੈ। ਕੁਐਸਚਨ ਨੰਬਰ 9 ਵਿਚ ਆਰ ਦਾ 2 ਮੇਨ ਬੀਵਰੇਜ ਕ੍ਰੌਪਸ ਪ੍ਰੋਡਿਊਸ ਇਨ ਇੰਡੀਆ। ਕਿਹੜੀਆਂ 2 ਬੀਵਰੇਜ ਕ੍ਰੌਪਸ ਹੈ? ਬੀਵਰੇਜ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਚਾਹ ਜਾਂ ਕੌਫੀ ਕਹਿ ਦਿੰਦੇ ਹਾਂ, ਠੀਕ ਹੈ। ਕੋਈ ਵੀ ਚੀਜ਼ ਜਿਹਨੂੰ ਅਸੀਂ ਡਰਿੰਕ ਕਰਨ 'ਚ ਵੀ ਯੂਜ਼ ਕਰਦੇ ਹਾਂ ਸਾਰੇ ਬੀਵਰੇਜਸ ਵਿੱਚ ਹੀ ਆ ਜਾਂਦੀਆਂ ਨੇ, ਜਿਵੇਂ ਬੀਅਰ, ਟੀ, ਕੌਫੀ, ਈਵਨ ਕੋਲਡ ਡਰਿੰਕ ਵਗੈਰਾ ਵੀ। ਤਾਂ ਇਸ ਦਾ ਸਹੀ ਜਵਾਬ ਹੈ ਸਾਡਾ ਟੀ ਐਂਡ ਕੌਫੀ। 2 ਮੇਨ ਬੀਵਰੇਜ ਦੀਆਂ ਫਸਲਾਂ ਜਿਹੜੀਆਂ ਉਹ ਚਾਹ ਤੇ ਕੌਫੀ ਹੀ ਹੈ ਇੰਡੀਆ ਵਿੱਚ ਜਿਹੜੀਆਂ ਹੁੰਦੀਆਂ ਨੇ। ਅਗਲਾ ਕੁਐਸਚਨ ਹੈ ਸਾਡਾ ਵਿਚ ਕੰਟਰੀ ਇਜ਼ ਦਾ ਲਾਰਜੈਸਟ ਪ੍ਰੋਡਿਊਸਰ ਆਫ ਆਇਲ ਸੀਡਸ ਇਨ ਦਾ ਵਰਲਡ। ਤੇਲ ਬੀਜ ਫਸਲਾਂ ਵਿੱਚ ਸਭ ਤੋਂ ਵੱਧ ਕਿਹੜੀ ਕੰਟਰੀ ਹੈ ਜਿਹੜੀ ਤੇਲ ਬੀਜ ਫਸਲਾਂ ਨੂੰ ਉਗਾਉਂਦੀ ਹੈ? ਇਸ ਦਾ ਸਹੀ ਉੱਤਰ ਹੈ ਇੰਡੀਆ। ਦੇਖੋ, ਤੇਲ ਬੀਜ ਫਸਲਾਂ ਵਿੱਚ ਕਿਹੜੀਆਂ ਕਿਹੜੀਆਂ ਆ ਜਾਂਦੀਆਂ ਨੇ, ਜਿਸ ਤਰ੍ਹਾਂ ਸਰੋਂ ਹੈ ਜਾਂ ਫਿਰ
ਸਾਡੇ ਕੋਲ ਸੂਰਜਮੁਖੀ ਆ ਜਾਂਦੀ ਹੈ। ਇਹ ਉਹ ਫਸਲਾਂ ਜਿਨ੍ਹਾਂ ਵਿੱਚੋਂ ਤੇਲ ਮਿਲਦਾ ਹੈ ਉਹਨਾਂ ਨੂੰ ਤੇਲ ਬੀਜ ਫਸਲਾਂ ਜਾਂ ਆਇਲ ਸੀਡਸ, ਮਤਲਬ ਉਹ ਸੀਡ ਫਰੋਮ ਵਿਚ ਦਾ ਆਇਲ ਕੈਨ ਬੀ ਐਕਸਟ੍ਰੈਕਟਿਡ। ਤਾਂ ਇਹ ਇੰਡੀਆ ਵਿੱਚ ਸਭ ਤੋਂ ਵੱਧ ਹੁੰਦਾ ਹੈ ਜੋ ਤੇਲ ਵਾਲੀਆਂ ਫਸਲਾਂ ਹੈ। ਕੁਐਸਚਨ ਨੰਬਰ 11, ਵਿਚ ਵਨ ਆਫ ਦਾ ਫੋਲੋਇੰਗ ਕ੍ਰੌਪਸ ਇਜ਼ ਨੋਨ ਐਜ਼ ਦਾ ਗੋਲਡਨ ਫਾਈਬਰ। ਕਿਹੜੀ ਫਸਲ ਨੂੰ ਜਿਹੜਾ ਸੁਨਹਿਰੀ ਰੇਸ਼ਾ ਕਿਹਾ ਜਾਂਦਾ ਹੈ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਸ ਦਾ ਸਹੀ ਉੱਤਰ ਹੈ ਡੀ, ਜੂਟ। ਠੀਕ ਹੈ, ਸੁਨਹਿਰੀ ਰੇਸ਼ਾ ਇਸ ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਹੈ ਤੇ ਇਹਦੇ ਫਾਈਬਰਸ ਜਿਹੜੇ ਇਹ ਬਣਦੇ ਆ, ਇਹਨਾਂ ਤੋਂ ਫਿਰ ਸਾਰੀਆਂ ਚੀਜ਼ਾਂ ਜੋ ਵੀ ਇਹਨਾਂ ਦੇ ਜੂਟ ਦੇ ਬੈਗ ਵਗੈਰਾ ਨੇ, ਬਾਸਕਿਟਾਂ, ਟੋਕਰੀਆਂ ਸਾਰੀਆਂ ਬਣਦੀਆਂ ਨੇ, ਇਸ ਲਈ ਇਹਨੂੰ ਗੋਲਡਨ ਫਾਈਬਰ ਕਹਿੰਦੇ ਆ। ਇਹਨੂੰ ਵੀਟ, ਰਾਈਸ ਜਾਂ ਗਰਾਊਂਡਨਟ ਨਾਲ ਕਨਫਿਊਜ਼ ਨਹੀਂ ਕਰਨਾ ਕਿਉਂਕਿ ਵੀਟ ਤੋਂ ਸਾਨੂੰ ਕੋਈ ਫਾਈਬਰ ਨਹੀਂ ਮਿਲਦਾ, ਇਹ ਇੱਕ ਫੂਡ ਗ੍ਰੇਨ ਫਸਲ ਹੈ, ਦਾਣੇਦਾਰ। ਇਸ ਤਰ੍ਹਾਂ ਰਾਈਸ RICE ਹੈ, ਸਪੈਲਿੰਗ ਗਲਤ ਲਿਖੋਗੇ ਇੱਥੇ, ਤੇ ਗਰਾਊਂਡਨਟ ਹੈ ਜਿਹੜਾ ਸਾਡਾ ਜਿਸ ਤਰ੍ਹਾਂ ਮੂੰਗਫਲੀ ਵਗੈਰਾ, ਇਹਨਾਂ ਵਿੱਚੋਂ ਵੀ ਫਾਈਬਰ ਨਹੀਂ ਮਿਲਦਾ। ਕੁਐਸਚਨ ਨੰਬਰ 12, ਵਿਚ ਆਫ ਦਾ ਫੋਲੋਇੰਗ ਕ੍ਰੌਪ ਇਜ਼ ਨਾਟ ਆ ਮਿਲਟ। ਇਹਨਾਂ ਵਿੱਚੋਂ ਜਿਹੜੀ ਕਿਹੜੀ ਫਸਲ ਹੈ ਉਹ ਮਿਲਟ ਨਹੀਂ ਹੈ? ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ B, ਮੇਜ਼। ਮੱਕੀ ਜੋ ਕਿ ਹੈ ਇਹ ਮਿਲਟ ਫਸਲ ਨਹੀਂ ਹੈ, ਬਾਕੀ ਤਿੰਨੋਂ ਜਿਹੜੀਆਂ ਮਿਲਟ ਹੈ, ਜਵਾਰ, ਰਾਗੀ ਤੇ ਬਾਜਰਾ। ਕੁਐਸਚਨ ਨੰਬਰ 13, the rearing of silkworms for the production of silk fiber is known as। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਜਿਹੜਾ ਅਸੀਂ ਸਿਲਕ ਦੇ ਜਿਹੜੇ ਕੀੜਿਆਂ ਦੀ ਪ੍ਰੋਡਕਸ਼ਨ ਹੁੰਦੀ ਹੈ ਇਹਨੂੰ ਕੀ ਕਹਿੰਦੇ ਆ? ਠੀਕ ਹੈ, ਤਾਂ ਕਿ ਸਾਨੂੰ ਸਿਲਕ ਦਾ ਫਾਈਬਰ ਮਿਲ ਸਕੇ। ਜਿਹੜੇ ਅਸੀਂ ਸਿਲਕ ਦੇ ਕੱਪੜੇ ਬਣਾਉਂਦੇ ਆ ਸਾਰੇ ਇਹਨੂੰ ਕਹਿੰਦੇ ਆ ਸੀਰੀਕਲਚਰ। 13ਵੇਂ ਦਾ ਇਹ ਜਿਹੜਾ ਆਪਸ਼ਨ ਸਹੀ ਹੈ, ਇਹਨੂੰ ਸਿਲਕ ਤੋਂ ਸੀਰੀ ਨਾਲ ਵਰਡ ਰਿਲੇਟ ਕਰਕੇ ਯਾਦ ਰੱਖਿਓ। ਜਿਹੜਾ B, ਹਾਰਟੀਕਲਚਰ ਹੈ, ਇਹ ਅਸੀਂ ਕਹਿੰਦੇ ਆ ਫਰੂਟ ਜਾਂ ਫਲਾਵਰ ਕ੍ਰੌਪਸ ਨੂੰ। ਫਲੋਰੀਕਲਚਰ ਕੱਲੀਆਂ ਫਲਾਵਰਸ ਨੂੰ, ਜਿਹੜੇ ਸਿਰਫ ਫੁੱਲਾਂ ਦੀ ਉਪਜ ਹੁੰਦੀ ਹੈ। ਤੇ ਐਗਰੀਕਲਚਰ ਤੁਹਾਨੂੰ ਪਤਾ ਹੀ ਹੈ, ਇਹ ਸਾਰੀ ਖੇਤੀਬਾੜੀ ਦੇ ਵਿੱਚ ਜਿਹੜੀਆਂ ਖਾਣ ਵਾਲੀਆਂ ਫਸਲਾਂ ਉਹ ਆ ਜਾਂਦੀਆਂ ਨੇ। ਨੈਕਸਟ ਕੁਐਸਚਨ ਨੰਬਰ 14, ਵਟ ਇਜ਼ ਪਿੰਕ ਰੈਵੋਲਿਊਸ਼ਨ, ਯਾਨੀ ਕਿ ਗੁਲਾਬੀ ਕ੍ਰਾਂਤੀ ਕਿਹਨੂੰ ਕਹਿੰਦੇ ਆ? ਇਹਦੀਆਂ ਆਪਸ਼ਨਸ ਦੇਖੋ। ਇਟ ਰੈਫਰਸ ਟੂ ਬਿਗ ਰਾਈਜ਼ ਇਨ ਕੈਚਿੰਗ ਆਫ ਫਰੈਸ਼ ਵਾਟਰ ਐਂਡ ਮੈਰੀਨ ਫਿਸ਼। ਦੇਖੋ, ਫਰੈਸ਼ ਵਾਟਰ ਤੇ ਮੈਰੀਨ ਫਿਸ਼ ਨੂੰ ਪਿੰਕ ਨਾਲ ਕੋਈ ਰਿਲੇਸ਼ਨ ਨਹੀਂ ਹੈ, ਇਸ ਨੂੰ ਤਾਂ ਬਲੂ ਰੈਵੋਲਿਊਸ਼ਨ ਵਿੱਚ ਹੀ ਆ ਜਾਂਦਾ ਹੈ। ਠੀਕ ਹੈ, ਇਹਨੂੰ ਨੀਲੀ ਕ੍ਰਾਂਤੀ ਕਹਿੰਦੇ ਨੇ ਕਿਉਂਕਿ ਪਾਣੀ ਦਾ ਕਲਰ ਜੋ ਅਸੀਂ ਬਲੂ ਮੰਨਦੇ ਹਾਂ। ਅੱਗੇ B ਆਪਸ਼ਨ, ਇਟ ਸਟੈਂਡਸ ਫॉर ਰਿਮਾਰਕੇਬਲ ਇਨਕਰੀਜ਼ ਇਨ ਮਿਲਕ ਪ੍ਰੋਡਕਸ਼ਨ। ਦੁੱਧ ਦੀ ਉਪਜ ਨਾਲ ਵੀ ਇਸ ਦਾ ਕੋਈ ਸੰਬੰਧ ਨਹੀਂ ਹੈ ਕਿਉਂਕਿ ਜਿਹੜੀ ਦੁੱਧ ਦੀ ਉਪਜ ਹੈ ਉਹ ਵਾਈਟ ਰੈਵੋਲਿਊਸ਼ਨ ਵਿੱਚ ਆ ਜਾਂਦਾ ਹੈ, ਚਿੱਟੀ ਕ੍ਰਾਂਤੀ ਵਿੱਚ। ਨੈਕਸਟ ਹੈਗਾ, ਇਟ ਰੈਫਰਸ ਟੂ ਰਿਮਾਰਕੇਬਲੀ ਸਟੈਡੀ ਐਂਡ ਅਸ਼ੋਰਡ ਸਪਲਾਈ ਆਫ ਪੋਲਟਰੀ ਪ੍ਰੋਡਕਟਸ। ਇਹ ਵੀ ਨਹੀਂ ਹੈ। ਜੋ ਪੋਲਟਰੀ ਪ੍ਰੋਡਕਟਸ ਹੈ ਇਹ ਸਾਡਾ ਸਿਲਵਰ ਰੈਵੋਲਿਊਸ਼ਨ ਵਿੱਚ ਆਉਂਦਾ ਹੈ ਕਿਉਂਕਿ ਜਿਹੜਾ ਐਗ ਦਾ ਕਲਰ ਹੁੰਦਾ ਹੈ ਉਹਨੂੰ ਸਿਲਵਰ ਰੈਵੋਲਿਊਸ਼ਨ 'ਚ ਰੱਖਿਆ ਗਿਆ ਹੈ। ਲਾਸਟ ਆਪਸ਼ਨ, ਇਟ ਰੈਫਰਸ ਟੂ ਕੰਸੀਡਰੇਬਲ ਰਾਈਜ਼ ਇਨ ਦ ਪ੍ਰੋਡਕਸ਼ਨ ਆਫ ਐਪਲਸ। Question number 15, which of the following soil type is most suitable for garlic cultivation? ਲਸਣ ਦੀ ਖੇਤੀ ਵਿੱਚ ਕਿਹੜੀ ਮਿੱਟੀ ਸਭ ਤੋਂ ਵਧੀਆ ਹੁੰਦੀ ਹੈ? ਆਪਸ਼ਨਸ ਹੈ ਲੋਮੀ ਸੈਂਡ, ਸੈਂਡੀ ਲੋਮ, ਲੋਮ ਜਾਂ ਕਲੇ। ਇਸ ਦਾ ਸਹੀ ਉੱਤਰ ਹੈ ਸੈਂਡੀ ਲੋਮ। ਠੀਕ ਹੈ, ਥੋੜੀ ਜਿਹੀ ਰੇਤਲੀ ਅਤੇ ਲੋਮੀ ਸੋਇਲ ਜਿਹੜੇ ਮਿਕਸਚਰ ਹੁੰਦਾ ਹੈ ਇਹ ਲਸਣ ਦੀ ਕਲਟੀਵੇਸ਼ਨ ਲਈ ਬਿਲਕੁਲ ਸਹੀ ਮਿੱਟੀ ਹੁੰਦੀ ਹੈ। ਕੁਐਸਚਨ ਨੰਬਰ 16, which type of soil is best for ਨੌਲ ਖੋਲ? ਠੀਕ ਹੈ, ਆਪਸ਼ਨ ਹੈ ਲੋਮ, ਕਲੇਈ ਲੋਮ, ਸਿਲਟੀ ਕਲੇਈ ਲੋਮ ਤੇ ਕਲੇ। ਇਹਦਾ ਸਹੀ ਉੱਤਰ ਹੈ B, ਕਲੇਈ ਲੋਮ। ਚਿਕਨੀ ਮੈਰਾ ਮਿੱਟੀ ਜੋ ਹੈ ਇਸ ਫਸਲ ਲਈ ਬਿਲਕੁਲ ਵਧੀਆ ਹੁੰਦੀ ਹੈ। ਕੁਐਸਚਨ ਨੰਬਰ 17, which of the following soil type has the highest field capacity? ਠੀਕ ਹੈ, ਇਸ ਦੇ ਆਪਸ਼ਨਸ ਹੈ ਲੋਮ, ਸਿਲਟੀ ਲੋਮ, ਕਲੇਈ ਲੋਮ ਜਾਂ ਕਲੇ। ਇਹਦਾ ਸਹੀ ਉੱਤਰ ਹੈ ਕਲੇ ਲੋਮ। ਠੀਕ ਹੈ, ਇਹ ਸਭ ਤੋਂ ਵੱਧ ਆਪਣੇ ਜਿਹੜੀ ਕਲੇਈ ਸੋਇਲ ਹੁੰਦੀ ਹੈ ਆਪਣੇ ਅੰਦਰ ਵਾਟਰ ਨੂੰ ਰਿਟੇਨ ਕਰਨ ਦੀ ਕਪੈਸਿਟੀ ਸਭ ਤੋਂ ਜ਼ਿਆਦਾ ਰੱਖਦੀ ਹੈ, ਇਸ ਲਈ ਇਸ ਨੂੰ ਹਾਈਐਸਟ ਫੀਲਡ ਕਪੈਸਿਟੀ ਵੀ ਕਹਿੰਦੇ ਆ। ਤੁਸੀਂ ਦੇਖਿਆ ਹੋਣਾ ਜਿਹੜੀ ਚਿਕਣੀ ਮਿੱਟੀ ਹੁੰਦੀ ਹੈ ਇਹ ਆਪਣੇ ਵਿੱਚ ਪਾਣੀ ਨੂੰ ਬਹੁਤ ਦੇਰ ਤੱਕ ਜੋ ਹੈ ਅਬਜ਼ੌਰਬ ਕਰਕੇ ਰੱਖ ਸਕਦੀ ਹੈ, ਜਿਸ ਤਰ੍ਹਾਂ ਜਿਹੜੀ ਸੈਂਡੀ ਸੋਇਲ ਹੁੰਦੀ ਹੈ ਇਹ ਨਹੀਂ ਕਰਦੀ, ਰੇਤਾ ਪਾਣੀ ਨੂੰ ਬਿਲਕੁਲ ਵੀ ਸੋਖਦਾ ਨਹੀਂ ਹੈ। ਕੁਐਸਚਨ ਨੰਬਰ 18, ਵਿਚ ਅਮੋਂਗ ਦਾ ਫੋਲੋਇੰਗ ਇਜ਼ ਅ ਫਾਈਬਰ ਕ੍ਰੌਪ? ਇਹਨਾਂ ਵਿੱਚੋਂ ਕਿਹੜੀ ਜਿਹੜੀ ਫਾਈਬਰ ਕ੍ਰੌਪ ਹੈ? ਰਬੜ, ਜੂਟ, ਟਮੈਟੋ, ਕੌਫੀ। ਇਹ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ। ਰੇਸ਼ੇਦਾਰ ਇਹਨਾਂ ਵਿੱਚੋਂ ਜੂਟ ਹੈ। ਤੇ ਜੋ ਜੂਟ ਹੈ ਇਹ ਤੁਹਾਨੂੰ ਮੈਂ ਇੱਕ ਹੋਰ ਚੀਜ਼ ਇਸ ਦੇ ਰਿਲੇਟਡ ਦੱਸ ਦਿੰਦੀ ਹਾਂ। ਜਿਹੜੀ ਜੂਟ ਦੀ ਫਸਲ ਜਦੋਂ ਹੁੰਦੀ ਹੈ ਤਾਂ ਜਿਹੜੇ ਇਸ ਦੇ ਪਲਾਂਟਸ ਹੁੰਦੇ ਨੇ, ਜਿਹੜਾ ਉਸਦਾ ਤਣਾ ਹੁੰਦਾ ਹੈ, ਇਸ ਇੰਪੋਰਟੈਂਟ ਚੀਜ਼ ਇਹ ਹੈ ਵੀ ਜੂਟ ਦਾ ਅਸੀਂ ਸਟੈਮ ਯੂਜ਼ ਕਰਦੇ ਹਾਂ, ਤਣਾ, ਉਸਨੂੰ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਜਦੋਂ ਉਹ ਪੂਰੀ ਤਰ੍ਹਾਂ ਗਲ ਜਾਂਦਾ ਹੈ ਤਾਂ ਫਿਰ ਉਸਦਾ ਇੱਕ ਇੱਕ ਰੇਸ਼ਾ ਅਲੱਗ ਹੋ ਜਾਂਦਾ ਹੈ, ਜਿਸ ਤੋਂ ਫਿਰ ਅਸੀਂ ਜੂਟ ਸੁੱਕ ਕੇ ਉਸਦੇ
ਸਾਰੇ ਜੋ ਪ੍ਰੋਡਕਟ ਹੈ ਉਹ ਬਾਅਦ ਵਿੱਚ ਬਣਦੇ ਆ। ਤੇ ਕਈ ਵਾਰ ਆ ਜਾਂਦਾ ਹੁੰਦਾ ਕਿ ਜੂਟ ਦੀ ਪ੍ਰੋਸੈਸਿੰਗ ਕੀ ਹੈ ਜੂਟ ਬਣਨੇ ਦੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਪਾਣੀ ਵਿੱਚ ਇਸ ਦੇ ਤਣੇ ਨੂੰ ਪੂਰੀ ਤਰ੍ਹਾਂ ਗਾਲ ਕੇ ਫਿਰ ਇਸ ਦਾ ਰੇਸ਼ਾ ਅਲੱਗ ਕੀਤਾ ਜਾਂਦਾ ਹੈ। ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 19, ਅਬਾਊਟ 90% ਆਫ ਰਬੜ ਡਿਮਾਂਡ ਇਜ਼ ਮੈਟ ਬਾਈ। 90% ਜਿਹੜੀ ਸਾਡੀ ਰਬੜ ਦੀ ਡਿਮਾਂਡ ਹੈ ਉਹ ਕਿਹੜੀ ਸਟੇਟ ਇੰਡੀਆ ਵਿੱਚ ਕੰਪਲੀਟ ਕਰਦੀ ਹੈ ਇਸ ਚੀਜ਼ ਨੂੰ? ਕੇਰਲਾ, ਕਰਨਾਟਕਾ, ਤਾਮਿਲਨਾਡੂ, ਮਹਾਰਾਸ਼ਟਰਾ। ਇਸ ਦਾ ਸਹੀ ਉੱਤਰ ਹੈ ਏ, ਕੇਰਲਾ। ਸਾਡਾ ਜਿਹੜਾ ਆਲਮੋਸਟ 100 ਚੋਂ 90% ਜਿਹੜੀ ਰਬੜ ਹੈ ਉਹ ਕੇਰਲਾ ਵਿੱਚ ਪੈਦਾ ਹੁੰਦੀ ਹੈ। ਸਾਡਾ ਲਾਸਟ ਕੁਐਸਚਨ ਅੱਜ ਦਾ, ਪਲਸਿਸ ਫਿਟ ਵੈਲ ਇਨ ਕ੍ਰੋਪਿੰਗ ਸਿਸਟਮ ਐਜ਼ ਦੇ ਆਰ। ਜਿਹੜੀਆਂ ਦਾਲਾਂ ਨੇ ਇਹ ਸਾਡੇ ਕ੍ਰੋਪਿੰਗ ਸਿਸਟਮ ਵਿੱਚ ਬਹੁਤ ਵਧੀਆ ਢੰਗ ਨਾਲ ਫਿੱਟ ਹੋ ਜਾਂਦੀਆਂ ਹੈ। ਕਿਉਂ? ਇਹਦੀਆਂ ਆਪਸ਼ਨਸ ਦੇਖੋ। ਪਹਿਲਾ ਹੈ ਕਿ ਇਹ ਸ਼ਾਰਟ ਡਿਊਰੇਸ਼ਨ ਕ੍ਰੋਪਸ ਹੈ, ਦੂਸਰਾ ਹੈ ਡਿਜ਼ੀਜ਼ ਰੈਜ਼ਿਸਟੈਂਟ ਹੈ, ਤੀਸਰਾ ਹੈ ਲੌਂਗ ਡਿਊਰੇਸ਼ਨ ਕ੍ਰੋਪਸ ਹੈ, ਜਾਂ ਫੋਰਥ ਆਪਸ਼ਨ ਹੈ ਮੋਇਸਚਰ ਸਟ੍ਰੈਸ ਰੈਜ਼ਿਸਟੈਂਟ ਕ੍ਰੋਪਸ ਹੈ। ਇਸ ਦਾ ਸਹੀ ਉੱਤਰ ਹੈ ਬਿਲਕੁਲ ਮੋਇਸਚਰ ਤੇ ਸਟ੍ਰੈਸ ਰੈਜ਼ਿਸਟੈਂਟ ਕ੍ਰੋਪਸ ਹੈ। ਇਹਨਾਂ ਉੱਤੇ ਮੋਇਸਚਰ ਦੇ ਸਟ੍ਰੈਸ ਦਾ ਕੋਈ ਵੀ ਫਰਕ ਨਹੀਂ ਪੈਂਦਾ, ਇਸ ਨੂੰ ਪੂਰੀ ਤਰ੍ਹਾਂ ਰੈਜ਼ਿਸਟ ਕਰਦੀਆਂ, ਟੱਕਰ ਦਿੰਦੀਆਂ, ਇਸ ਲਈ ਇਹ ਸਾਡੇ ਕ੍ਰੋਪਿੰਗ ਸਿਸਟਮ ਵਿੱਚ ਫਿੱਟ ਆਉਂਦੀਆਂ ਨੇ ਜੋ ਦਾਣਾਦਾਰ ਫਸਲਾਂ। ਇਸ ਦੇ ਨਾਲ ਸਾਡੀ ਵੀਡੀਓ ਖਤਮ ਹੁੰਦੀ ਹੈ।